ਧੰਨ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿ ਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹਿਲਾ ਨੌਵਾਂ। ਜਹ ਮਨ ਨੈਕ ਨ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ। ਦੁਰਮਤ ਤੇ ਨਾ ਟਰੈ, ਯਹ ਮਨ ਨੈਕ ਨਾ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ। ਦੁਰਮਤ ਤੇ ਨਾ ਟਰੈ, ਰਹਾਉ। ਮਦ ਮਾਇਆ ਕੇ ਭਇਓ ਬਾਵਰੋ, ਹਰ ਜਸ ਨਹਿ ਉਚਰੈ। ਕਰ ਪਰਪੰਚ ਜਗਤ ਕੋ ਡਹਕੈ, ਆਪਨੋ ਉਦਰ ਭਰੈ। ਸਵਾਨ ਪੂਛ ਜਿਉ ਹੋਏ ਨ ਸੁਧੋ, ਕਹਿਓ ਨ ਕਾਂਤਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੇ। ਸਵਾਨ ਪੂਛ ਜਿਉ ਹੋਏ ਨ ਸੁਧੋ, ਕਹਿਓ ਨ ਕਾਂਤਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਤਖਤ ਸਿੰਘਾਸਨ ਦੇ ਮਾਲਕ ਜਹਰਾ ਜਹੂਰ, ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸਾਹਿਬ ਜੀਆਂ ਨੇ ਸ਼ਾਮ ਦੇ ਦੀਵਾਨਾਂ ਦੀ ਬਖਸ਼ਿਸ਼ ਕੀਤੀ। ਸ਼ਾਮ ਦੇ ਦੀਵਾਨਾਂ ਅੰਦਰ ਸੋਦਾ ਰਹਿਰਾਜ ਸਾਹਿਬ ਜੀ ਕੇ ਜਾਪ उपरंत अमृत बानी का कीर्तन। और आओ जो लड़ीवार सतगुरां जी धन गुरु गुरु तेग बहादुर महाराज तिन्नां दे पावन बानी 59 शब्द उन्हां दी जो लड़ीवार कथा विचार चल रही है, उस लड़ी तहत
ਅੱਜ ਦੇ ਪਾਵਨ ਸ਼ਬਦ ਦੇ ਅੰਦਰ ਧਰਮ ਰੱਖਿਅਕ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕੀ ਬਚਨ ਕਰਦੇ ਨੇ। ਆਓ ਗੁਰਮਤਿ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਸਤਿਗੁਰਾਂ ਜੀ ਦੇ ਪਾਸ ਤਨ ਮਨ ਹਾਜ਼ਰ ਕਰਕੇ ਹਾਜ਼ਰੀ ਲਵਾਈਏ। ਰਸਨਾ ਨੂੰ ਕਰੀਏ ਪਵਿੱਤਰ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਪਾਵਨ ਬਾਣੀ ਦਾ ਇਹ ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਇਹ 11 ਨੰਬਰ ਸ਼ਬਦ ਹੈ ਔਰ ਇਹ ਰਾਗ ਦੇਵ ਗੰਧਾਰੀ ਦੇ ਅੰਦਰ ਦਰਜ ਹੈ। ਇਸ ਰਾਗ ਦੇ ਅੰਦਰ ਸਤਿਗੁਰਾਂ ਜੀ ਦੇ 3 ਸ਼ਬਦ ਹਨ ਔਰ ਇਸ ਤੋਂ ਪਹਿਲਾਂ 9 ਸ਼ਬਦ ਗੌੜੀ ਰਾਗ ਦੇ ਅੰਦਰ ਸਨ। ਇੱਕ ਸ਼ਬਦ ਆਸਾ ਰਾਗ ਦੇ ਅੰਦਰ ਸੀ, ਜਿਸ ਦੇ ਵਿਚਾਰ ਆਪ ਜੀਆਂ ਨੇ ਕੱਲ੍ਹ ਸਰਵਣ ਕੀਤੇ, ਜਿਸ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨ ਦੇ ਬਾਬਤ ਹੀ ਵਿਚਾਰ ਬਖਸ਼ਿਸ਼ ਕੀਤੇ ਸਨ ਕਿ ਮਨ ਦੀ ਜਿਹੜੀ ਪੀੜਾ ਹੈ, ਮਨ ਦਾ ਦਰਦ ਹੈ, ਉਹ ਕਿਸ ਨੂੰ ਦੱਸਿਆ ਜਾਵੇ, ਕਿਉਂਕਿ ਇਹ ਮਨ ਜਿਹੜਾ ਹੈ ਇਹ 10 ਦਿਸ਼ਾਵਾਂ ਵੱਲ ਨੂੰ ਭੱਜਦਾ ਹੈ, ਭਾਵ ਸਾਰੇ ਬੰਨੇ ਹੀ ਤੁਰਿਆ ਫਿਰਦਾ ਹੈ ਔਰ ਇਹਦੇ ਅੰਦਰ ਇੱਕ ਆਸਾ ਹੈ, ਇੱਕ ਚਾਹ ਹੈ, ਉਹ ਧਨ ਇਕੱਤਰ ਕਰਨ ਦੀ ਹੈ ਔਰ ਸੁੱਖ ਪ੍ਰਾਪਤ ਕਰਨ ਲਈ ਜਿੱਥੇ ਬਹੁਤ ਦੁੱਖ ਪਾਉਂਦਾ ਏ, ਬੜੇ ਕਠਿਨ ਕਾਰਜ ਕਰਦਾ ਏ, ਉੱਥੇ ਜੇ ਇਹਨੂੰ ਕਿਸੇ ਦੀ ਖੁਸ਼ਾਮਦੀ ਵੀ ਕਰਨੀ ਪੈਂਦੀ ਹੈ ਤੇ ਉਹਦੇ ਵੀ ਸਾਹਿਬ ਕਹਿੰਦੇ ਇਹ ਮਨ ਜਿਹੜਾ ਹੈ ਉਹ ਕਰਮ ਕਰਨ ਲੱਗਿਆਂ ਵੀ ਪਿੱਛੇ ਨਹੀਂ ਹਟਦਾ ਔਰ ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਕੀਮਤੀ ਹੈ, ਪਰ ਇਹ ਜੀਵ ਕਹਿੰਦੇ ਸੁਆਣ ਦੀ ਤਰ੍ਹਾਂ, ਕੁੱਕਰ ਦੀ ਤਰ੍ਹਾਂ ਇਹ ਜਿਹੜਾ ਮਨ ਹੈ ਜਿਵੇਂ ਕੁੱਕਰ ਦੁਆਰ ਦਰ ਦਰ ਤੇ ਟੁੱਕ ਦੀ ਖਾਤਰ ਜਾਂਦਾ ਹੈ। ਕਹਿੰਦੇ ਇਹ ਭਾਈ ਜੀਵ ਜਿਹੜਾ ਹੈ ਇਹ ਵੀ ਮਾਇਆ ਦੀ ਖਾਤਰ ਦਰ ਦਰ ਤੇ ਭੜਕਦਾ ਏ, ਦਰ ਦਰ ਦੀਆਂ ਠੋਕਰਾਂ ਖਾਂਦਾ ਹੈ। ਨਹਿ ਸੁਧ ਰਾਮ ਭਜਨ ਕੇ, ਤੇ ਮਾਲਕ ਜੀਆਂ ਦੇ ਨਾਮ ਦੀ ਕੋਈ ਇਹਨੂੰ ਸੁਧ ਨਹੀਂ, ਕੋਈ ਸਮਝ ਨਹੀਂ। ਔਰ ਫਿਰ ਸਾਹਿਬ ਕਹਿੰਦੇ ਬੜਾ ਕੀਮਤੀ ਜਨਮ ਜਿਹੜਾ ਇਹਨੂੰ ਮਿਲਿਆ ਹੈ, ਇਹਨੂੰ ਵਿਅਰਥ ਗਵਾਈ ਜਾ ਰਿਹਾ ਹੈ। ਸਾਹਿਬ ਅਖੀਰ ਬਚਨ ਕਰਦੇ, ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੋ ਮਤ ਬਿਨਾਸੇ ਤਨ ਕੀ ਮੂਰਖ। ਜਿਸ ਦੇ ਸਿਮਰਨ ਦੇ ਨਾਲ ਭੈੜੀ ਮਤ ਦੂਰ ਹੋਣੀ ਹੈ, ਤੂੰ ਉਹਦਾ ਸਿਮਰਨ ਕਰਨ ਦੇ ਅੰਦਰ ਢਿੱਲ ਕਿਉਂ ਕਰ ਰਿਹਾ ਹੈ। ਜਿਵੇਂ ਸਾਹਿਬ ਬਚਨ ਕਰਦੇ ਨਾ ਬਾਣੀ ਸਹਿਸਕ੍ਰਿਤੀ ਦੇ ਅੰਦਰ, ਸਾਹਿਬ ਜੀਆਂ ਦਾ ਬੜਾ ਕੀਮਤੀ ਬਚਨ ਹੈ। ਸਾਹਿਬ ਕਹਿੰਦੇ ਨਹਿ ਵਿਲਮ ਧਰਮੰ ਵਿਲਮ ਪਾਪੰ, ਕਹਿੰਦੇ ਭਾਈ ਜੇ ਢਿੱਲ ਕਰਨੀ ਹੈ ਤੇ ਪਾਪ ਕਮਾਉਣ ਵੱਲ ਨੂੰ ਢਿੱਲ ਕਰ, ਜੇ ਚੰਗਾ ਕਾਰਜ ਕਰਨਾ ਹੈ, ਧਰਮੀ ਕਰਮ ਕਰਨਾ ਹੈ ਤੇ ਉਹਦੇ ਵਾਸਤੇ ਢਿੱਲ ਨਾ ਪਾ। ਇਹ ਨਾ ਕਹਿ ਕੇ ਚੱਲ ਕੋਈ ਨਹੀਂ ਕੱਲ ਨੂੰ ਕਰ ਲਵਾਂਗੇ। ਕਬੀਰ ਕਾਲ ਕਰੰਤਾ ਅਬੈ ਕਰ, ਅਬ ਕਰਤਾ ਸੋਇ ਤਾਲ, ਪਾਸ਼ੇ ਕਛੂ ਨਾ ਹੋਏ ਗਉ, ਜੋ ਸਿਰ ਪਰ ਆਵੇ ਕਾਲ।
ਸਾਹਿਬ ਕਹਿੰਦੇ ਭਾਈ ਧਰਮ ਦਾ ਕਰਮ ਕਰਨ ਲੱਗਿਆਂ ਦੇਰ ਨਹੀਂ ਕਰਨੀ ਚਾਹੀਦੀ, ਤੇ ਜਿਹਦੇ ਨਾਲ ਤੇਰੇ ਤਨ ਦੀ ਕੁਮੱਤ ਭੈੜੀ ਮੱਤ ਖਤਮ ਹੋਣੀ ਹੈ ਉਹ ਕਾਰਜ ਕਿਉਂ ਨਹੀਂ ਕਰਦਾ। ਮਨੁੱਖੀ ਸੁਭਾਅ ਇਵੇਂ ਦਾ ਹੈ, ਜੀਵ ਕੋਈ ਕੁਕਰਮ ਕਰਨਾ ਹੈ, ਬੁਰਾ ਕਰਮ ਭੈੜਾ ਕੰਮ ਕਰਨਾ ਹੈ, ਉਹਦੇ ਵਾਸਤੇ ਇਹ ਬੜੀ ਜਲਦੀ ਸਾਹਿਬ ਕਹਿੰਦੇ ਸ਼ੇਰ ਦੀ ਤਰ੍ਹਾਂ ਇਹਦੇ ਅੰਦਰ ਤਾਕਤ ਆ ਜਾਂਦੀ ਹੈ। ਚੰਗਿਆਈ ਆਲਕ ਕਰੈ, ਕਹਿੰਦੇ ਚੰਗਾ ਕੰਮ ਕਰਨਾ ਹੈ ਤੇ ਫਿਰ ਆਲਸ ਆ ਜਾਂਦਾ ਹੈ। ਬੁਰਿਆਈ ਹੋਏ ਸ਼ੇਰ, ਤੇ ਬੁਰੇ ਕਾਰਜ ਵਾਸਤੇ ਕਹਿੰਦੇ ਵੀ ਬੁਰਾ ਕਾਜ ਕੋ ਉੱਠ ਖਲੋਆ, ਬੁਰੇ ਕੰਮ ਵਾਸਤੇ ਇਹ ਉੱਠ ਖਲੋਤਾ ਹੈ। ਸਾਡੇ ਸਾਹਮਣੇ ਕਈ ਵਾਰ ਆਪਣੇ ਅੱਖਾਂ ਦੇ ਦੇਖਦਿਆਂ ਹੀ ਵਰਤ ਜਾਂਦੀਆਂ ਇਹ ਘਟਨਾਵਾਂ ਘਰਾਂ ਦੇ ਅੰਦਰ ਨੇੜ ਤੇੜ ਆਲ ਦੁਆਲੇ। ਜਦੋਂ ਕੋਈ ਦੋ ਜਾਣੇ ਆਪਸ ਦੇ ਵਿੱਚ ਲੜ ਰਹੇ ਨੇ, ਜੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਵੇ ਵੀ ਚਲੋ ਕੋਈ ਗੱਲ ਨਹੀਂ, ਹੁਣ ਤੁਸੀਂ ਨਾ ਲੜੋ, ਕੱਲ੍ਹ ਨੂੰ ਲੜ ਲਿਓ, ਕਿਉਂਕਿ ਲੜਨਾ ਕੋਈ ਚੰਗਾ ਕਾਰਜ ਨਹੀਂ ਹੈ। ਤੇ ਜਿਹੜੇ ਲੜ ਰਹੇ ਨੇ ਉਹ ਕਦਾਚਿਤ ਵੀ ਇਹ ਗੱਲ ਮਨਜ਼ੂਰ ਨਹੀਂ ਕਰਨਗੇ, ਕਿਉਂਕਿ ਜਦੋਂ ਕ੍ਰੋਧ ਆਉਂਦਾ ਹੈ ਜੀਵ ਨੂੰ, ਤੇ ਸਾਹਿਬ ਕਹਿੰਦੇ ਭਾਈ ਕ੍ਰੋਧ ਜਿਹੜਾ ਹੈ ਉਹ ਮਤ ਨੂੰ ਖਤਮ ਕਰ ਦਿੰਦਾ ਹੈ। ਜਿੰਨਾ ਮਰਜ਼ੀ ਕੋਈ ਵਿਦਵਾਨ ਪੁਰਸ਼ ਹੈ, ਜੇ ਕ੍ਰੋਧ ਉਹਦੇ ਉੱਪਰ ਆ ਗਿਆ ਹੈ, ਜੇ ਤੇ ਉਹਨੇ ਕ੍ਰੋਧ ਤੇ ਕਾਬੂ ਪਾ ਲਿਆ ਹੈ, ਫਿਰ ਤੇ ਕ੍ਰੋਧ ਉਹਦਾ ਕੁਝ ਵੀ ਨਹੀਂ ਵਿਗਾੜ ਸਕਦਾ। ਜੇ ਕ੍ਰੋਧ ਭਾਰੂ ਹੋ ਗਿਆ ਹੈ ਤੇ ਸਾਹਿਬ ਕਹਿੰਦੇ ਭਾਈ ਫਿਰ ਉਹ ਕ੍ਰੋਧ ਦੇ ਵਸ ਤੋਂ ਬਚ ਨਹੀਂ ਸਕਦਾ। ਹੁਣ ਜਦੋਂ ਕ੍ਰੋਧ ਆ ਗਿਆ ਹੈ, ਕ੍ਰੋਧ ਦੇ ਅੰਦਰ ਲੜਾਈ ਹੋਈ ਹੈ, ਤੇ ਉਹਨਾਂ ਨੂੰ ਜੇ ਕਿਹਾ ਜਾਵੇ ਚਲੋ ਅੱਜ, ਕਿਉਂਕਿ ਸਾਹਿਬ ਕਹਿੰਦੇ ਭਾਈ ਬੁਰਾ ਕੰਮ ਨੂੰ ਦੇਰ ਕਰਨੀ ਚਾਹੀਦੀ, ਚਲੋ ਜੇ ਤੁਸੀਂ ਲੜਨਾ ਹੀ ਅੱਜ ਰਹਿਣ ਦਿਓ, ਕੱਲ੍ਹ ਨੂੰ ਲੜ ਲਿਓ, ਤੇ ਭਾਈ ਕਦੇ ਵੀ ਉਹ ਜੀਵ ਇਹ ਗੱਲਾਂ ਨੂੰ ਨਹੀਂ ਮੰਨਣ। ਪਰ ਜੇ ਉਹ ਵਚਨ ਕਿਹਾ ਜਾਵੇ ਵੀ ਭਾਈ ਚਲੋ ਹੁਣ ਸਮਾਂ ਹੈ, ਗੁਰੂ ਦੇ ਦਰ 'ਤੇ ਚੱਲੀਏ, ਬਾਣੀ ਦਾ ਜਾਪ ਕਰੀਏ, ਕੀਰਤਨ ਸੁਣੀਏ, ਸ਼ਬਦ ਵਿਚਾਰ ਸੁਣੀਏ, ਤੇ ਮਨ ਜਿਹੜਾ ਹੈ ਬੜੀ ਛੇਤੀ ਇੱਕ ਫੁਰਨਾ ਦੇਵੇਗਾ, ਮੈਸੇਜ ਦੇਵੇਗਾ ਕਿ ਨਹੀਂ ਹੁਣ ਸਮਾਂ ਨਹੀਂ ਹੈਗਾ, ਫਿਰ ਕਿਤੇ ਸਹੀ। ਸਾਹਿਬ ਨੇ ਤਾਂ ਹੀ ਬਾਣੀ ਦੇ ਅੰਦਰ ਨਿਰੋਲਤਾ ਦੀ, ਸੱਚ ਦੀ ਸਿਖਰ ਦੀ ਗੱਲ ਕੀਤੀ ਹੈ। ਸਾਹਿਬ ਕਹਿੰਦੇ ਬਹੁਤਾਤ ਅੰਦਰ ਜ਼ਿਆਦਾਤਰ ਭਾਈ ਹੁੰਦਾ ਇਵੇਂ ਹੈ, ਜੀਵ ਜਿਹੜਾ ਹੈ ਚੰਗੇ ਕਾਰਜ ਕਰਨ ਵਾਸਤੇ ਆਲਸ ਲੈ ਆਉਂਦਾ ਹੈ। ਚੰਗਿਆਈ ਆਲਕ ਕਰੈ, ਬੁਰਿਆਈ ਹੋਏ ਸ਼ੇਰ, ਬੁਰਾ ਕੰਮ ਕਰਨ ਵਾਸਤੇ ਇਹਦੇ ਅੰਦਰ ਸ਼ੇਰ ਜਿੰਨੀ ਤਾਕਤ ਆ ਜਾਂਦੀ ਹੈ। ਸਾਹਿਬ ਜੀਆਂ ਨੇ ਜੋ ਅੱਜ ਦਾ ਪਾਵਨ ਬਚਨ ਕੀਤਾ ਨਾ, ਰਾਗ ਦੇਵ ਗੰਧਾਰੀ ਦੇ ਅੰਦਰ ਇੱਕ ਓੰਕਾਰ ਸਤ ਗੁਰ ਪ੍ਰਸਾਦ, ਮਾਲਕ ਇੱਕ ਹੈ, ਸਦੀਵ ਹੈ, ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਗੁਰੂ ਦੇ ਰਾਹੀਂ, ਗੁਰੂ ਦੀ ਕਿਰਪਾ ਦੇ ਨਾਲ। ਸਾਹਿਬ ਕਹਿੰਦੇ ਰਾਗ ਦੇਵ ਗੰਧਾਰੀ, ਦੇਵ ਗੰਧਾਰੀ ਰਾਗ ਹੈ, ਮਹੱਲਾ 9ਵਾਂ। ਇਸ ਰਾਗ ਦੇ ਅੰਦਰ ਸਤਿਗੁਰਾਂ ਜੀ ਦੇ ਪਾਵਨ ਪਾਕ 3 ਬਚਨ ਹਨ, 3 ਸ਼ਬਦ ਹਨ। ਸਾਹਿਬ ਜੀਆਂ ਨੇ ਆਰੰਭਤਾ ਦੇ ਅੰਦਰ ਬਚਨ ਕੀਤੇ, ਕਹਿਣ ਲੱਗੇ ਜਹ ਮਨ ਨੈਕ ਨਾ ਕਹਿਓ ਕਰੈ। ਯਹ ਮਨ, ਕਹਿੰਦੇ ਭਾਈ ਇਹ ਜਿਹੜਾ ਮਨ ਹੈ ਨਾ, ਨੈਕ ਨਾ ਕਹਿਓ ਕਰੈ। ਨੈਕ ਦਾ ਮਤਲਬ ਹੁੰਦਾ ਏ ਥੋੜਾ ਵੀ, ਕਿਨਕਾ ਮਾਤਰ ਵੀ ਏ, ਕਹਿਓ ਕਰੇ, ਕਹਿਣ ਦੇ ਅੰਦਰ ਨਹੀਂ ਹੈ, ਆਖੇ ਨਹੀਂ ਲੱਗਦਾ। ਇਹਨੂੰ ਸਿੱਖਿਆ ਦਿੱਤੀ ਜਾਂਦੀ ਹੈ, ਉਹ ਸਿੱਖਿਆ ਨੂੰ ਧਾਰਨ ਨਹੀਂ ਕਰਦਾ। ਯਹ ਮਨ, ਇਹ ਮਨ ਨੈਕ ਨਾ ਕਹਿਓ ਕਰੈ। ਕਹਿੰਦੇ ਭਾਈ ਰਤਾ ਭਰ ਵੀ ਇਹ ਸਿੱਖਿਆ ਨੂੰ ਜਿਹੜਾ ਹੈ ਇਹ ਧਾਰਨ ਨਹੀਂ ਕਰਦਾ। ਸੀਖ ਸਿਖਾਏ ਰਹਿਓ ਆਪਣੀ ਸੀ,
ਦੁਰਮਤ ਤੇ ਨਾ ਟਰੈ ਰਹਾਉ। ਸਾਹਿਬ ਕਹਿੰਦੇ ਭਾਈ ਇਹ ਜਿਹੜਾ ਮਨ ਹੈ ਇਹ ਕਿਨਕਾ ਮਾਤਰ ਵੀ ਮਾਲਕ ਦੀ ਸਿੱਖਿਆ ਨੂੰ ਧਾਰਨ ਨਹੀਂ ਕਰਦਾ। ਦੁਰਮਤ ਤੇ ਨਾ ਟਰੈ, ਤੇ ਭੈੜਾ ਕਾਰਜ ਮਾੜੀ ਮੱਤ ਨੂੰ ਤਿਆਗਦਾ ਨਹੀਂ ਹੈ, ਔਰ ਉਹ ਕਾਰਜ ਕਰਨ ਲੱਗਿਆ ਵੀ ਇਹਨੂੰ ਡਰ ਨਹੀਂ ਲੱਗਦਾ। ਉਹ ਕਾਰਜ ਕਰਨ ਲੱਗਿਆਂ ਸ਼ੇਰ ਜਿੰਨੀ ਤਾਕਤ ਆ ਜਾਂਦੀ ਹੈ। ਇੱਕ ਵਿਦਵਾਨ ਪੁਰਸ਼, ਉਹਨੂੰ ਮੰਦਰ ਦੇ ਅੰਦਰ ਬੁਲਾਇਆ ਗਿਆ। ਉਹਨੇ ਵਿਚਾਰ ਕਰਨੀ ਸੀ, ਵਿਖਿਆਨ ਕਰਨਾ ਸੀ। ਜਦੋਂ ਮੰਦਰ ਦੇ ਅੰਦਰ ਬੁਲਾਇਆ ਗਿਆ, ਸੰਗਤ ਬੈਠੀ ਹੈ, ਉਹਨੇ ਆਉਂਦਿਆਂ ਹੀ ਸੰਗਤ ਨੂੰ ਕਿਹਾ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ, ਕੀ ਰੱਬ ਹੈ? ਹੁਣ ਜਿਹੜੇ ਅੱਗੇ ਮੰਦਰ ਦੇ ਅੰਦਰ ਬੈਠੇ ਸਨ, ਉਹਨਾਂ ਨੇ ਕਿਹਾ, ਕਹਿੰਦੇ ਹੈਗਾ ਏ। ਉਹ ਕਹਿੰਦਾ ਮੈਂ ਦੂਸਰਾ ਸਵਾਲ ਕਰਨਾ ਚਾਹੁੰਦਾ ਏ, ਜੇ ਰੱਬ ਹੈ ਤੇ ਕਿੱਥੇ ਰਹਿੰਦਾ ਏ? ਇਸ ਗੱਲ ਦਾ ਪਤਾ ਹੈ? ਸੰਗਤ ਕਹਿੰਦੀ ਪਤਾ ਹੈ। ਉਹ ਕਹਿਣ ਲੱਗਾ, ਕਹਿੰਦਾ ਜੇ ਤੁਹਾਨੂੰ ਰੱਬ ਦਾ ਪਤਾ ਏ, ਜੇ ਤੁਹਾਨੂੰ ਇਹ ਪਤਾ ਏ ਕਿੱਥੇ ਰਹਿੰਦਾ, ਫਿਰ ਤੇ ਤੁਸੀਂ ਵਿਦਵਾਨ ਜੇ, ਫਿਰ ਤੇ ਤੁਹਾਨੂੰ ਕੁਝ ਦੱਸਣ ਦੀ ਲੋੜ ਹੀ ਨਹੀਂ। ਉਹ ਉੱਠ ਪਿਆ ਏ, ਤੁਰ ਪਿਆ ਏ, ਸਾਰੇ ਹੈਰਾਨ। ਹੁਣ ਕੋਈ ਵੀ ਨਹੀਂ ਸੀ ਕਹਿ ਸਕਦਾ ਕਿ ਸਾਨੂੰ ਨਹੀਂ ਪਤਾ, ਬੋਲ ਝੂਠ ਰਹੇ ਸਨ। ਕਹਿੰਦੇ ਉਹਨਾਂ ਦੇ ਵਿੱਚੋਂ ਜਿਹੜਾ ਝੂਠ ਬੋਲ ਰਹੇ ਸਨ, ਉਹਨਾਂ ਦੇ ਵਿੱਚੋਂ ਵੀ ਇੱਕ ਸਿਰਮੌਰ ਸੀ ਜਿਹੜਾ ਝੂਠ ਵੀ ਬੋਲਦਾ ਸੀ ਤੇ ਪਤਾ ਨਹੀਂ ਸੀ ਲੱਗਦਾ। ਉਹ ਗਿਆ ਏ, ਉਹਨੇ ਵਿਖਿਆਨ ਕਰਤਾ ਨੂੰ ਰੋਕਿਆ ਏ, ਕਹਿੰਦਾ ਏ ਵੀ ਪੰਡਤ ਜੀ ਇਸ ਤਰ੍ਹਾਂ ਤੁਸੀਂ ਨਾਰਾਜ਼ ਨਾ ਹੋ, ਸਾਡਾ ਇੱਕ ਮੰਦਰ ਅੱਗੇ ਹੈ, ਅਸੀਂ ਉੱਥੋਂ ਦੇ ਵਸਨੀਕ ਹਾਂ, ਆਓ ਤੁਸੀਂ ਉੱਥੇ ਜਾ ਕੇ ਸਾਨੂੰ ਸਿੱਖਿਆ ਦਿਓ। ਉੱਥੇ ਚਲੇ ਗਏ, ਬਾਕੀ ਸੰਗਤ ਵੀ ਉੱਥੇ ਚਲੀ ਗਈ। ਉੱਥੇ ਜਾ ਕੇ ਫਿਰ ਉਹ ਸੰਗਤ ਨੂੰ ਪੁੱਛਿਆ ਏ, ਕਹਿੰਦਾ ਮੈਂ ਦੋ ਸਵਾਲ ਕਰਨੇ ਨੇ, ਰੱਬ ਹੈ? ਹੁਣ ਸੰਗਤ ਕਹਿੰਦੀ ਨਹੀਂ ਹੈ। ਹੁਣ ਅਗਲਾ ਸਵਾਲ ਕਹਿੰਦਾ ਨਹੀਂ ਹੈ, ਕਿਉਂ ਨਹੀਂ ਹੈ? ਕਹਿੰਦੇ ਵੀ ਨਹੀਂ, ਰੱਬ ਨਾ ਤੇ ਹੈ ਔਰ ਨਾ ਹੀ ਕੋਈ ਉਹਦੀ ਹੋਂਦ ਹੈ, ਉਹਦੇ ਬਾਬਤ ਕੁਝ ਵੀ ਜਿਹੜਾ ਹੈ ਸਾਨੂੰ ਪਤਾ ਨਹੀਂ ਹੈ। ਪਤਾ ਨਹੀਂ ਉਹ ਹੈਗਾ ਏ ਕਿ ਨਹੀਂ, ਕਿੱਥੇ ਰਹਿੰਦਾ ਏ, ਕੁਝ ਨਹੀਂ ਉਹਦੇ ਬਾਰੇ। ਇਹ ਵਿਖਿਆਨ ਕਰਤਾ ਕਹਿੰਦੇ ਵੀ ਉੱਥੋਂ ਵੀ ਉੱਠ ਪਿਆ, ਕਹਿਣ ਲੱਗਾ ਭਾਈ ਜੀ ਉਹ ਹੈ ਹੀ ਨਹੀਂ, ਜੇ ਤੁਸੀਂ ਕਹਿੰਦੇ ਜੇ ਵੀ ਉਹ ਹੈਗਾ ਹੀ ਨਹੀਂ ਹੈ, ਪਤਾ ਹੀ ਨਹੀਂ ਕਿੱਥੇ ਹੈ, ਤੇ ਫਿਰ ਜਿਹੜਾ ਹੈਗਾ ਹੀ ਨਹੀਂ ਉਹਦੇ ਬਾਰੇ ਕੀ ਦੱਸਣਾ। ਉੱਥੋਂ ਵੀ ਚੱਲ ਪਿਆ ਏ ਅੱਗੇ ਤੀਸਰਾ ਮੰਦਰ। ਕਹਿੰਦੇ ਜਦੋਂ ਤੀਸਰੇ ਧਾਰਮਿਕ ਦੁਆਰੇ ਤੇ ਜਿਹੜਾ ਰਸਤੇ ਦੇ ਅੰਦਰ ਸੀ, ਇਹਨਾਂ ਨੇ ਫੇਰ ਜਾ ਘੇਰਿਆ ਏ, ਆਖਣ ਲੱਗੇ ਨਹੀਂ, ਤੁਸੀਂ ਸਾਨੂੰ ਸਿੱਖਿਆ ਦੇ ਕੇ ਚੱਲੋ, ਐਵੇਂ ਤੁਸੀਂ ਭੱਜੋ ਨਾ। ਉੱਥੇ ਫਿਰ ਉਹਨੇ ਸਵਾਲ ਕੀਤਾ, ਕਿਉਂਕਿ ਜਿਤਨੇ ਵੀ ਉਸ ਵਿਖਿਆਨ ਕਰਤਾ ਨੂੰ ਖੜਨ ਵਾਲੇ ਸਨ, ਇਹ ਕਹਿੰਦੇ ਸਨ ਵੀ ਇੱਥੇ ਸੰਗਤ ਹੋਰ ਹੈ। ਉਹ ਪਹਿਲੀ ਸੰਗਤ ਉੱਥੇ ਰਹਿ ਗਈ, ਦੂਸਰੇ ਸਥਾਨ ਵਾਲੀ ਉੱਥੇ ਰਹਿ ਗਈ, ਇੱਥੇ ਤੇ ਇਸ ਇਲਾਕੇ ਦੀ ਸੰਗਤ ਹੈ। ਸਵਾਲ ਉਹੀ ਹੈ। ਕਹਿਣ ਲੱਗਾ ਕੀ ਰੱਬ ਹੈ? ਜੇ ਹੈ ਤੇ ਕਿੱਥੇ ਰਹਿੰਦਾ? ਹੁਣ ਅੱਧੀ ਸੰਗਤ ਆਖਣ ਲੱਗੀ ਹੈ ਤੇ ਅੱਧੀ ਕਹਿੰਦੀ ਹੈ ਨਹੀਂ ਹੈ, ਅੱਧੀ ਕਹਿੰਦੀ ਹੈ ਵੀ ਪਤਾ ਹੈ ਕਿੱਥੇ ਰਹਿੰਦਾ, ਅੱਧੀ ਕਹਿੰਦੀ ਨਹੀਂ ਪਤਾ ਕਿੱਥੇ ਰਹਿੰਦਾ। ਉਹ ਕਹਿੰਦਾ ਮੇਰਾ ਇੱਥੇ ਵੀ ਬੋਲਣ ਦਾ ਕੋਈ ਲਾਭ ਨਹੀਂ। ਕਹਿੰਦਾ ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਹੈ ਉਹ ਦੱਸ ਦੇਣਗੇ, ਮੈਂ ਇੱਥੇ ਬੋਲ ਕੇ ਕੀ ਕਰਨਾ ਹੈ। ਅਸਲ ਅੰਦਰ ਜੀਵ ਦੇ ਮਨ ਦੀ ਹਾਲਤ ਇਵੇਂ ਦੀ ਹੈ, ਉਹਨਾਂ ਚੀਜ਼ਾਂ ਦੇ ਬਾਬਤ ਜਿਨ੍ਹਾਂ ਨੂੰ ਇਹਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਵਾਰ-ਵਾਰ ਬਾਣੀ ਦੇ ਅੰਦਰ ਕਿ ਭਾਈ ਇਹ ਸਦੀਵ ਨਹੀਂ ਹਨ,
जो नाल निभण वाला है, जहाँ पंथ तेरा को न सिजानो, हर का नाम तह नाल पछानो। जो सਦੀव है कहते ओनू इन्ने भुलाया होया है, ते जो केवल इत्थे जीवन नूं सुख देण वाला कह लईए। असल अंदर जे विद्वान पुरुषां नूं देखीए तो वो इस नूं सुख नहीं मनदे। उहदा कारण की है? क्योंकि असीं सुख किस नूं मनदे हैं? पैसे नूं, जायदाद नूं, धन पदार्थ, कोठी कारां। साडे वास्ते ये चीज़ां मिलनियां सुख है। पर सिद्धार्थ जी एक राज घराणे दे अंदर जन्म होया है, सोने दे बर्तनां दे अंदर प्रशादा छकण वाले ने। किसी गल की कोई कमी नहीं है। राज महलों के अंदर पालन पोषण होया है, पर वो इस सुख तो खुश नहीं हैं। उन्होंने जदों संसार के अंदर दुख वेखिया है, दुखी लोग वेखे ने, जदों देखिया है कि जवानी तो बाद बुढ़ेपा भी आउंदा है, ये शरीर जिहड़ा है ये सदा निरोग नहीं रहिंदा, इनू रोग भी लगते ने, जीव ये दुख भी भोगदा है। घर दे अंदर किहड़ा सुख सी जिहड़ा उस राज महल दे अंदर नहीं सी। जिन्हां सुखां दे मगर अज दा जीव जां साडी मत भजदी है। कोई भी इवें दा सुख नहीं जिहड़ा उन्हां दे पास ना होवे। पर इतिहास तवारीख दे पन्ने दसदे ने कि उन्हां ने दुख दे विचों सुख लभण वास्ते उन्होंने सारा कुछ त्यागया और सब कुछ त्याग के बड़ा लम्मा समा साधना करके ते फिर प्रीतम प्यारे मालक दे मिलाप नूं प्राप्त किया। असल अंदर साडा मन जिस सुख दे वल जा रहा है, जिवें साहिब ने कहा ना भी सीख तो भाव हुंदा है सिक्ख्या। सीख सिखाए रहियो अपनी सी, दुरमत ते ना टरै। ये मन नूं बड़ी सिक्ख्या दिती जा रही है। साहिब बड़ा समझाउंदे ने, मना मालक दा नाम जपिया कर, पर ये वो मत नूं धारण नहीं करदा। साहिब ते बाणी दे अंदर वार वार समझाउंदे ने ना, मन रे कौन को मत तै लीनी, भैड़ी मत क्यों धारी हुई है। गुरु की मत नूं धारण कर, जप मन मना जप सिमरन कर, कादा सतनाम दा। वो नाम दा जिहड़ा सदीव है, वो मालक जिहड़ा सदीव है, लोक परलोक सुहेला हो जाएगा मालक दे सिमरन दे अंदर जुड़िया। पर साहिब कहंदे भाई ये दुरमत भैड़े कारज करन, भैड़ी मत तो टलदा नहीं है, वो इन्हें धारण की हुई है। ये भजदा है माया वल नूं, ये भजदा है उन्हां चीज़ां वल नूं जिवें कहंदे कि एक दीवा जग रहा सी ते एक सेवक नूं भेजिया। एक पुरख ने महात्मा कहंदा जा देख के आ। वो प्रकाश कहदा है, गया है, जाके देखिया दीवा जग रहा सी। आके दसिया है जी दीवा जग रहा है। कुछ समय बाद वो महंत ने महात्मा ने एक सेवक नूं होर भेजिया। की देखिया, जाके जांदियां नूं दीवा बुझिया होया सी। उन्हें आके क्या कहन लगा, नहीं महात्मा जी ये झूठ बोल रहा है, उत्थे ते कोई दीवा नहीं जग रहा, उत्थे ते हनेर घुप है। महात्मा ने फिर भेजिया एक सेवक नूं। सेवक गया है, की जाके तकिया है, एक फुल खिड़िया होया है। कुछ समय बाद जदों दूसरे सेवक नूं भेजिया है, उन्हें जाके जदों देखिया तो फुल ते मुरझाया पिया सी। उन्हें आके आख्या, कहन लगा, नहीं महात्मा जी ये सेवक जिहड़ा है इन्हें तुहानूं आण के कुफर तोलिया, झूठ बोलिया है, वो तो फुल मुरझाया पिया है।
ਹੁਣ ਅਸਲ ਅੰਦਰ ਸਾਹਿਬ ਕਹਿੰਦੇ ਭਾਈ ਜੋ ਜੀਵ ਸੋਚਦਾ ਏ ਦੀਵਾ ਜਗਦਾ ਸੀ ਕੋਈ ਸ਼ੱਕ ਨਹੀਂ, ਪਰ ਉਹ ਸਦੀਵ ਜਗਦਾ ਰਵੇ ਇਹ ਨਹੀਂ ਹੋ ਸਕਦਾ। ਫੁੱਲ ਖਿੜਦਾ ਏ ਉਹਦਾ ਇੱਕ ਸਮਾਂ ਏ, ਪਰ ਉਹ ਸਦਾ ਖਿੜਿਆ ਰਵੇ ਐਵੇਂ ਨਹੀਂ ਹੋ ਸਕਦਾ। ਉਹ ਸਦਾ ਨਹੀਂ ਖਿੜਦਾ ਰਹੇਗਾ, ਪਰ ਕਿਸੇ ਵੇਲੇ ਜੀਵ ਬੋਲਦਾ ਝੂਠ ਹੈ ਉਹ ਸੱਚ ਹੋ ਜਾਂਦਾ ਹੈ। ਉਹਨੇ ਬੋਲਿਆ ਝੂਠ ਹੁੰਦਾ ਏ, ਪਰ ਕੁਦਰਤੀ ਉਹ ਭਾਣਾ ਵਾਪਰ ਹੀ ਉਵੇਂ ਜਾਂਦਾ ਏ, ਉਹ ਸੱਚ ਹੋ ਜਾਂਦਾ ਏ। ਕਿਉਂਕਿ ਕੁਦਰਤ ਦੇ ਅੰਦਰ ਕੁਝ ਵੀ ਸਦੀਵ ਨਹੀਂ ਹੈ। ਜੋ ਅਸੀਂ ਹੁਣ ਦੇਖ ਰਹੇ ਹਾਂ, ਹੁਣ ਅਸੀਂ ਗੁਰੂ ਦੀ ਗੋਦ ਦੇ ਅੰਦਰ ਬੈਠੇ ਹਾਂ, ਗੁਰੂ ਕੀ ਸੰਗਤ ਕਰ ਰਹੇ ਹਾਂ, ਪਾਵਨ ਬਾਣੀ ਦਾ ਜਾਪ ਕਰ ਰਹੇ ਹਾਂ, ਸੱਚ ਹੈ, ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ। ਪਰ ਇਹ ਕਹੀਏ ਵੀ ਸਦੀਵ ਹੀ ਐਵੇਂ ਬੈਠਾ ਰਵਾਂਗੇ, ਤੇ ਸਾਹਿਬ ਕਹਿੰਦੇ ਭਾਈ ਨਹੀਂ, ਸਦੀਵ ਨਹੀਂ ਇਸ ਤਰ੍ਹਾਂ ਤੂੰ ਬੈਠ ਸਕਦਾ। ਤੂੰ ਸਮੇਂ ਦੇ ਅੰਦਰ ਹੈ, ਤੇਰੇ ਉੱਪਰ ਮੌਤ ਦਾ ਵਾਸਾ ਹੈ। ਪਰ ਇਹ ਮਨ ਜਿਹੜਾ ਹੈ, ਸਾਹਿਬ ਕਹਿੰਦੇ ਜਦੋਂ ਇਹ ਮਨ ਨੂੰ ਇਹ ਮੱਤ ਦਿੱਤੀ ਜਾਂਦੀ ਹੈ ਤੇ ਮਨ ਇਹ ਮੱਤ ਨੂੰ ਧਾਰਨ ਹੀ ਨਹੀਂ ਕਰਦਾ। ਮਨ ਇਹ ਕਹਿੰਦਾ ਹੈ ਕਿ ਨਹੀਂ, ਜਿਹੜਾ ਕੁਝ ਮੈਂ ਪ੍ਰਾਪਤ ਕਰ ਰਿਹਾ ਹੈ ਅਸਲ ਉਹੀ ਸੱਚ ਹੈ। ਸਾਹਿਬ ਕਹਿੰਦੇ ਭਾਈ ਇਹ ਮਨ ਦੁਰਮਤ ਤੋਂ ਡਰਦਾ ਨਹੀਂ, ਭੈੜੀ ਮੱਤ ਜਿਹੜੀ ਹੈ ਉਹਨੂੰ ਇਹ ਤਿਆਗਦਾ ਨਹੀਂ। ਤਾਂ ਕਰੀ ਤੇ ਸਤਿਗੁਰੂ ਜੀ ਨੇ ਮਿਹਰਮਤ ਵਰਤਾਈ, ਵਾਰ-ਵਾਰ ਬਾਣੀ ਦੇ ਅੰਦਰ ਉਪਦੇਸ਼ ਦਿੱਤਾ। ਸਾਹਿਬ ਕਹਿੰਦੇ ਭਾਈ ਕੋ ਮਾਈ ਭੁੱਲਿਓ ਮਨ ਸਮਝਾਵੇ ਹੈ ਕੋਈ। ਇਹ ਮਾਂ, ਇਹ ਜਿਹੜਾ ਕੁਰਾਹੇ ਪਿਆ ਹੋਇਆ ਏ ਇਹਨੂੰ ਕੋਈ ਸਮਝਾਵੇ, ਇਹਨੂੰ ਕੋਈ ਮੱਤ ਦੇਵੇ। ਇਹ ਤੇ ਇੱਕ ਪਲ ਵੀ ਮਾਲਕ ਦੇ ਨਾਮ ਦੇ ਨਾਲ ਨਹੀਂ ਜੁੜਦਾ। ਇਹ ਤੇ ਮਾਇਆ ਮੋਹ ਮਹਾ ਸੰਕਟ ਬਨ ਤਾਸਿਓ ਰੁਚ ਉਪਜਾਵੇ। ਇਹਦੀ ਤੇ ਰੁਚੀ ਮਾਇਆ ਦੇ ਵੱਲ ਹੈ, ਇਹ ਤੇ ਮਾਇਆ ਦੇ ਵੱਲ ਪ੍ਰੀਤ ਪਾ ਰਿਹਾ ਏ, ਇਹਦਾ ਤੇ ਪਿਆਰ ਮਾਇਆ ਦੇ ਵੱਲ ਪੈ ਰਿਹਾ ਏ। ਮਾਇਆ ਤੋਂ ਭਾਵ ਕੇਵਲ ਰਾਸ਼ੀ, ਕੇਵਲ ਧਨ ਨਹੀਂ, ਭਾਵ ਉਹ ਪਦਾਰਥ ਜਿਹੜੇ ਇਹ ਸਮਝ ਰਿਹਾ ਹੈ ਕਿ ਹਾਂ ਇਹਨਾਂ ਹੀ ਸਭ ਕੁਝ ਨਿਭਣਾ ਹੈ, ਇਹਨਾਂ ਦੇ ਨਾਲ ਹੀ ਸੁੱਖ ਹੈ। ਪਰ ਜਦੋਂ ਜੀਵ ਜਾਂ ਸੰਸਾਰ ਦੇ ਅੰਦਰ ਦੇਖੀਦਾ ਹੈ ਕਿ ਇਹ ਸਭ ਕੁਝ ਪਾ ਕੇ ਵੀ ਜੀਵ ਖੁਸ਼ ਸੁਖੀ ਨਹੀਂ ਹੋਏ। ਇਹ ਸਭ ਕੁਝ ਪਾ ਕੇ ਜਾਂ ਇਹਨਾਂ ਤੋਂ ਬਿਨਾਂ ਜੇ ਕੋਈ ਸਦੀਵ ਖੁਸ਼ ਰਹਿ ਸਕਦਾ ਹੈ, ਸਾਹਿਬ ਕਹਿੰਦੇ ਭਾਈ ਇਹਨਾਂ ਨੂੰ ਪਾ ਕੇ ਵੀ ਖੁਸ਼ ਹੋਇਆ ਜਾ ਸਕਦਾ ਹੈ। ਪਰ ਉਹ ਜਿਹਦਾ ਮਨ ਮਾਲਕ ਜੀਆਂ ਦੇ ਨਾਮ ਦੇ ਅੰਦਰ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਦੁਰਮਤ ਨੂੰ, ਭੈੜੀ ਮੱਤ ਨੂੰ ਤਿਆਗਿਆ ਹੈ। ਪਰ ਕਹਿੰਦੇ ਭਾਈ ਸਾਰੇ ਇਹ ਤਿਆਗ ਵੀ ਨਹੀਂ ਪਾਉਂਦੇ। ਇੱਕ ਪੁਜਾਰੀ ਪੰਡਤ, ਉਹ ਇੱਕ ਮੰਦਰ ਦੇ ਅੰਦਰ ਬੰਦਗੀ ਪਿਆ ਕਰਦਾ ਹੈ। ਉਹਨੇ ਸੋਚਿਆ, ਕਿਉਂਕਿ ਮੰਦਰ ਕੋਈ ਜ਼ਿਆਦਾ ਇਤਿਹਾਸਕ ਨਹੀਂ ਸੀ ਔਰ ਇੱਕ ਹੈ ਵੀ ਉਜਾੜ ਬਿਆਬਾਨ ਵਾਲੀ ਜਗ੍ਹਾ। ਕਹਿੰਦੇ ਮੰਦਰ ਦੇ ਉੱਪਰ ਕੋਈ ਵੀ ਨਹੀਂ ਸੀ ਆਉਂਦਾ, ਬਹੁਤ ਘੱਟ ਕੋਈ ਇੱਕ ਆਦ ਆਉਂਦਾ। ਉਹ ਚਤੁਰ ਸੀ, ਉਹ ਬਹੁਤ ਪੱਖ ਤੋਂ ਵਿਕਾਸਵਾਦੀ ਸੀ। ਉਹਨੇ ਸੋਚਿਆ ਕਿ ਇੱਥੇ ਸੰਗਤ ਵਧਾਉਣ ਵਾਸਤੇ ਕੋਈ ਤਰਤੀਬ ਲਾਈ ਜਾਵੇ। ਉਹਨੇ ਇਹ ਪ੍ਰਚਾਰਿਆ ਕਿ ਇੱਥੇ ਸਾਖਸ਼ਾਤ ਵਾਹਿਗੁਰੂ ਪ੍ਰਮਾਤਮਾ ਪ੍ਰਗਟ ਹੁੰਦੇ ਨੇ ਔਰ ਉਹ ਮੈਨੂੰ ਦਰਸ਼ਨ ਦਿੰਦੇ ਨੇ, ਔਰ ਉਹਨਾਂ ਨੇ ਇਹ ਆਗਿਆ ਕੀਤੀ ਹੈ, ਬਚਨ ਕੀਤਾ ਹੈ ਕਿ ਜਿਹੜਾ ਵੀ ਕੋਈ ਇੱਥੇ ਆ ਕੇ ਇਹ ਧਾਰਮਿਕ ਸਥਾਨ ਦੇ ਜਾਂ ਪੁਜਾਰੀ ਕਹਿੰਦਾ ਕਿ ਮੇਰੇ ਦਰਸ਼ਨ ਕਰੇਗਾ, ਉਹਦੀਆਂ ਸਾਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਉਹਨੇ ਇਹ ਪ੍ਰਚਾਰਿਆ, ਇਹ ਪ੍ਰਚਾਰ ਬੜਾ ਦੂਰ ਤੱਕ ਫੈਲਿਆ ਔਰ ਸਹਿਜੇ ਸਹਿਜੇ ਜਦੋਂ ਉਹਦੇ ਪਾਸ ਲੋਕ ਇਕੱਤਰ ਹੋਣ ਲੱਗੇ, ਫਿਰ ਉਹਨੇ ਇੱਕ ਗੱਲ ਹੋਰ ਪ੍ਰਚਾਰੀ ਕਿ ਮਾਲਕ ਜਦੋਂ ਆ ਕੇ ਦਰਸ਼ਨ ਦਿੰਦਾ ਹੈ, ਉਹ ਫਿਰ ਰਾਤ ਨੂੰ ਮੇਰੇ ਪਾਸ ਆਉਂਦਾ ਹੈ। ਉਹਨੇ ਕਿਹਾ ਹੈ ਕਿ ਰਾਤ ਨੂੰ ਜੇ ਕੋਈ ਵੀ ਅਧੂਰਾ, ਜਿਹਨੇ ਬੰਦਗੀ ਪੂਰੀ ਨਹੀਂ ਕੀਤੀ, ਜੇ ਉਹ ਤੇਰੇ ਪਾਸ ਹੋਇਆ ਤੇ ਫਿਰ ਮੈਂ ਤੈਨੂੰ ਦਰਸ਼ਨ ਨਹੀਂ ਦੇਣੇ। ਇਹ ਵੀ ਲੋਕਾਂ ਦੇ ਮਨਾਂ ਦੇ ਅੰਦਰ
ਗੱਲ ਨੂੰ ਬਾਤ ਦਿੱਤਾ ਕਿ ਕੋਈ ਚੋਰੀ ਵੀ ਰਾਤ ਨੂੰ ਨਾ ਦੇਖ ਸਕੇ। ਤੇ ਰਾਤ ਨੂੰ ਕਹਿੰਦੇ ਕਰਦਾ ਕੀ ਸੀ, ਜਿੰਨਾ ਵੀ ਧਨ ਮਾਇਆ ਇਕੱਤਰ ਹੁੰਦੇ ਸੀ ਉਹ ਰਾਤ ਵੇਲੇ ਉਹਨੂੰ ਸਾਂਭਦਾ ਸੀ, ਦਿਨ ਵੇਲੇ ਫਿਰ ਉਵੇਂ ਪ੍ਰਚਾਰ ਕਰਦਾ, ਰਾਤ ਵੇਲੇ ਉਹ ਚੜਾਵੇ ਨੂੰ ਇਕੱਤਰ ਕਰ ਦਿੰਦਾ। ਕਹਿੰਦੇ ਇੱਕ ਦਿਨ ਸਾਖਸ਼ਾਤ ਹੀ ਮਾਲਕ ਉਹ ਜਿਹਨੂੰ ਧਿਆਰਿਆ ਸੀ ਉਹ ਪ੍ਰਗਟ ਹੋਇਆ। ਉਹਨੇ ਆਖਿਆ ਚਲੋ ਭਾਵੇਂ ਧਨ ਦੇ ਲਾਲਚ ਕਰਕੇ ਹੀ ਇਹ ਬੰਦਗੀ ਤੇ ਕਰਦਾ ਹੈ, ਲੋਕਾਂ ਨੂੰ ਜੋੜ ਤੇ ਰਿਹਾ। ਉਹ ਮਾਲਕ ਨੇ ਸੋਚਿਆ ਚਲੋ ਇਹਨੂੰ ਦਰਸ਼ਨ ਦਿੰਦੇ ਆ। ਅਸਲ ਅੰਦਰ ਇਹ ਸਾਖੀਆਂ, ਇਹ ਕਹਾਣੀਆਂ ਸਿੱਖਿਆਦਾਇਕ ਹੁੰਦੀਆਂ ਹੈ। ਜ਼ਰੂਰੀ ਨਹੀਂ ਹੁੰਦਾ ਇਵੇਂ ਹੀ ਵਾਪਰਿਆ ਹੋਵੇ। ਕਹਿਣ ਲੱਗੇ ਕਿ ਜਦੋਂ ਮਾਲਕ ਨੇ ਦਰਸ਼ਨ ਦਿੱਤੇ, ਮਾਲਕ ਆਇਆ, ਮਾਲਕ ਨੇ ਆ ਕੇ ਸਿਰ ਦੇ ਉੱਪਰ ਹੱਥ ਰੱਖਿਆ। ਕਹਿੰਦੇ ਇਹ ਪੁਜਾਰੀ ਉਸੇ ਵੇਲੇ ਆਖਣ ਲੱਗਾ, ਕਹਿੰਦੇ ਤੈਨੂੰ ਕਿਹਾ ਸੀ ਤੁਸੀਂ ਚੋਰੀ ਮੈਨੂੰ ਦੇਖ ਰਹੇ ਜੇ, ਹੁਣ ਮਾਲਕ ਨੇ ਇੱਥੇ ਪ੍ਰਗਟ ਨਹੀਂ ਹੋਣਾ। ਜਿੰਨੇ ਵੀ ਜੀਵ ਆਉਂਦੇ ਨੇ ਉਹਨਾਂ ਦੇ ਕਿੰਨੇ ਦੁੱਖ ਦੂਰ ਹੁੰਦੇ ਨੇ, ਤੇ ਤੁਸੀਂ ਆਣ ਕੇ ਵਿਗੜ ਪਾ ਦਿੱਤਾ ਹੈ। ਹੁਣ ਇਹ ਚੜਾਵਾ ਵੀ ਉਹਨੇ ਖੜਨਾ ਨਹੀਂ ਹੈ ਜਿਹੜਾ ਹਰ ਰਾਤ ਲੈ ਜਾਂਦਾ ਸੀ। ਕਹਿੰਦੇ ਉਹ ਭਗਵਾਨ ਆਖਣ ਲੱਗੇ, ਭਾਈ ਮੈਂ ਭਗਵਾਨ ਹਾਂ, ਮੇਰੀ ਤੂੰ ਅਰਾਧਨਾ ਕਰ ਰਿਹਾ ਹੈ, ਮੈਂ ਹੀ ਤੈਨੂੰ ਦਰਸ਼ਨ ਦਿੱਤੇ। ਪਰ ਕਹਿੰਦੇ ਉਹ ਕਿੱਥੇ ਮੰਨੇ। ਉਹਨੇ ਤੇ ਉੱਚੀ ਰੌਲਾ ਪਾਇਆ ਤੇ ਲੋਕਾਂ ਦੇ ਇਕੱਠ ਨੂੰ ਬੁਲਾ ਲਿਆ। ਅਸਲ ਅੰਦਰ ਜੀਵ ਮਾਇਆ ਦੀ ਲਪੇਟ ਦੇ ਅੰਦਰ ਸਾਹਿਬ ਕਹਿੰਦੇ ਇੰਨਾ ਕੁ ਜੁੜ ਜਾਂਦਾ ਏ, ਇੰਨਾ ਕੁ ਮਾਇਆ ਜਾਂ ਭੈੜੀ ਮੱਤ ਦਾ ਪਰਦਾ ਪੈ ਜਾਂਦਾ ਏ। ਜੇ ਕਿਤੇ ਮਾਲਕ ਰੂਪ ਵੀ ਕਿਸੇ ਨਾ ਕਿਸੇ ਸਵਰੂਪ ਦੇ ਅੰਦਰ, ਜਿਵੇਂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਘਟਨਾ ਮਿਲਦੀ ਹੈ ਕਿ ਪਾਵਨ ਪਾਕ ਆਨੰਦਪੁਰ ਦੀ ਧਰਤੀ ਦੇ ਉੱਪਰ ਸਤਿਗੁਰੂ ਜੀ ਜਦੋਂ ਭਾਈ ਆਨੰਦ ਲਾਲ ਜੀ ਨੂੰ ਇਹਨਾਂ ਨੇ ਲੰਗਰ ਦੀ ਸੇਵਾ ਦਿੱਤੀ ਹੈ ਤੇ ਦੇਖਿਆ ਕਿ ਚਲੋ ਜਿੰਨੇ ਵੀ ਲੰਗਰ ਹਨ ਜਾ ਕੇ ਦੇਖੀਏ ਕਿ ਰਾਤ ਵੇਲੇ ਵੀ ਭਲਾ ਇਹ ਕਿਸੇ ਨੂੰ ਛਕਾਉਂਦੇ ਨੇ ਕਿ ਜਾਂ ਇਹ ਵਿਖਾਵੇ ਦੀ ਸਵੇਰ ਦੀ ਸੇਵਾ ਕਰਦੇ ਨੇ, ਰਾਤ ਨੂੰ ਆਉਂਦਾ ਹੈ ਤੇ ਉਹਨੂੰ ਕੁਝ ਨਹੀਂ ਸੇਵਾ ਕਰਦੇ, ਟਹਿਲ ਸੇਵਾ। ਕਹਿੰਦੇ ਇੱਕ ਲੰਗਰ ਅੰਦਰ ਗਏ ਸਾਹਿਬ, ਭੇਖ ਜਿਹੜਾ ਸੀ ਉਹ ਬੜਾ ਨਤਾਣਿਆਂ ਗਰੀਬਾਂ ਜਿਹਾ ਵਾਲਾ ਬਣਾਇਆ। ਕਹਿੰਦੇ 2 ਲੰਗਰਾਂ ਦੇ ਵਿੱਚੋਂ ਉੱਦਾਂ ਹੀ ਬਣਦਾ ਪਿਆ। ਤੀਸਰਾ ਲੰਗਰ ਜਿੱਥੇ ਭਾਈ ਆਨੰਦ ਸੇਵਾ ਕਰਦੇ ਸੀ, ਕਹਿੰਦੇ ਜਦੋਂ ਉੱਥੇ ਜਾ ਕੇ ਦਰਵਾਜ਼ਾ ਖੜਕਾਇਆ ਹੈ, ਭਾਈ ਆਨੰਦ ਲਾਲ ਨੇ ਖੋਲ੍ਹਿਆ ਹੈ ਤੇ ਜਦੋਂ ਫਰਿਆਦ ਕੀਤੀ ਹੈ ਤੇ ਭਾਈ ਆਨੰਦ ਲਾਲ ਨੇ ਬੜੀ ਖੁਸ਼ੀ ਦੇ ਨਾਲ ਟਹਿਲ ਸੇਵਾ ਕੀਤੀ, ਅੰਦਰ ਬਿਠਾਇਆ ਤੇ ਅੰਦਰ ਬਿਠਾ ਕੇ ਤੇ ਸਾਰੀ ਖਾਣ ਪਾਣ ਦੀ ਸੇਵਾ ਕੀਤੀ। ਤੇ ਫਿਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਆਨੰਦ ਲਾਲ ਤੇਰੀ ਸੇਵਾ ਸਫਲ ਹੋਈ ਹੈ, ਮਾਲਕ ਤੇਰੇ ਤੇ ਬੜਾ ਤਰੁੱਠਿਆ ਹੈ। ਇਸੇ ਤਰ੍ਹਾਂ ਤਨ ਮਨ ਦੇ ਨਾਲ ਬਿਨਾਂ ਕਿਸੇ ਭੇਦ ਭਾਵ ਤੋਂ ਜਦੋਂ ਵੀ ਕੋਈ ਲੋੜਵੰਦ, ਕੋਈ ਸਵਾਲੀ ਆਉਂਦਾ ਹੈ, ਬਿਨਾਂ ਕਿਸੇ ਭੇਦ ਭਾਵ ਤੋਂ ਉਹਦੀ ਟਹਿਲ ਸੇਵਾ ਕਰਨੀ ਹੈ, ਜਿਸ ਵੀ ਪੱਖ ਤੋਂ। ਪਰ ਐਵੇਂ ਤੇ ਬਹੁਤ ਘੱਟ। ਕਹਿੰਦੇ ਜਦੋਂ ਭਗਵਾਨ ਨੇ ਉਹਨੂੰ ਦਰਸ਼ਨ ਦਿੱਤੇ ਨੇ, ਉਹਨੇ ਤੇ ਭਗਵਾਨ ਨੂੰ ਹੀ ਨਹੀਂ ਪਹਿਚਾਨਿਆ। ਮਾਇਆ ਦੇ ਅੰਦਰ ਇੰਨੀ ਮੱਤ ਰੱਤੀ ਗਈ ਤੇ ਕਹਿੰਦੇ ਜਦੋਂ ਉਹਨੇ ਲੋਕਾਂ ਨੂੰ ਸੱਦ ਲਿਆ ਤੇ ਫਿਰ ਸਾਰਾ ਪਰਦਾ ਜਿਹੜਾ ਸੀ ਉਹ ਖੁੱਲ੍ਹ ਗਿਆ। ਸਾਰੇ ਭਰਮ ਭੁਲੇਖੇ ਲੋਕਾਂ ਦੇ ਵੀ ਦੂਰ ਹੋ ਗਏ ਕਿ ਭਗਵਾਨ ਜਦੋਂ ਆਇਆ ਏ ਉਹਨੂੰ ਹੀ ਇਹਨੇ ਪਹਿਚਾਨਿਆ ਨਹੀਂ। ਇਹਦਾ ਮਤਲਬ ਪਿਛਲੇ ਲੰਮੇ ਸਮੇਂ ਤੋਂ ਇਹ ਕੇਵਲ ਮਾਇਆ ਹੀ ਇਕੱਤਰ ਕਰ ਰਿਹਾ ਸੀ। ਸਾਹਿਬ ਕਹਿੰਦੇ ਭਾਈ ਲੋਭੀ ਕਾ ਵਿਸਾਰ ਨਾ ਕੀਜੈ। ਭਾਈ ਲੋਭੀ ਦਾ ਕੋਈ ਪਤਾ ਨਹੀਂ ਕਦੋਂ ਇਹਨੇ ਜਿਹੜਾ ਹੈ ਮਾਇਆ ਦੇ ਮਗਰ ਲੱਗ ਕੇ ਕਿਵੇਂ ਦਾ ਕਰਮ ਕਮਾ ਦੇਣਾ। ਸਾਹਿਬ ਕਹਿੰਦੇ ਭਾਈ ਦੁਰਮਤ ਜਿਹੜੀ ਹੈ, ਇਹ ਭੈੜੀ ਮੱਤ ਹੀ ਇਵੇਂ ਦੀ ਹੈ। ਜਦੋਂ ਜੀਵ ਇਹਨੂੰ ਧਾਰਨ ਕਰਦਾ ਹੈ, ਜਦੋਂ ਇਹ ਜੀਵ ਇਸ ਮੱਤ ਨੂੰ ਤਿਆਗਣਾ ਨਹੀਂ ਚਾਹੁੰਦਾ ਤੇ ਫਿਰ ਬੜੇ ਇਵੇਂ ਦੇ ਕੁਕਰਮ ਕਰਦਾ। ਤਾਂ ਹੀ ਤੇ ਸਾਹਿਬ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਬਹੁ ਪਰਪੰਚ ਕਰ ਪਰ ਧਿਆਨ ਲਿਆਵੈ, ਸੁਤ ਦਾਰਾ ਪਹਿਆਣ ਲੁਟਾਵੈ। ਜੀਵ ਬੜੇ ਪ੍ਰਪੰਚ, ਬੜੀਆਂ ਹੇਰਾ ਫੇਰੀਆਂ ਕਰਦਾ ਹੈ, ਬੜੇ ਤਰੀਕੇ ਅਪਣਾਉਂਦਾ ਹੈ ਜਿਨ੍ਹਾਂ ਦੇ ਨਾਲ ਕਹਿੰਦਾ ਮਾਇਆ ਇਕੱਤਰ ਹੋਵੇ। ਸਾਹਿਬ ਕਹਿੰਦੇ ਬਹੁ ਪਰਪੰਚ ਕਰ
ਪਰ ਧਿਆਨ ਲਿਆਵੈ, ਵਿਖਾਵਾ ਕਰਕੇ ਠੱਗੀ ਮਾਰ ਕੇ ਪਰਾਇਆ ਧਨ ਲੈ ਕੇ ਆਉਂਦਾ। ਸੁੱਤ ਦਾਰਾ ਪੁੱਤਰ ਇਸਤਰੀ ਪਰਿਵਾਰ ਧਿਆਨ ਲੁਟਾਵੇ, ਕਹਿੰਦੇ ਉਹਨਾਂ ਵਾਸਤੇ ਇਹ ਸਾਰੇ ਕਾਰਜ ਤੇ ਕਰਦਾ ਹੈ। ਪਰ ਸਾਹਿਬ ਕਹਿੰਦੇ ਭਾਈ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਹੇ ਮੇਰੇ ਭੁੱਲੇ ਮਨਾ ਦੇਖ ਇਵੇਂ ਦਾ ਠੱਗੀ ਠਗੌਰੀ ਪਰਾਏ ਧਨ ਨੂੰ ਆਪਣਾ ਕਰਕੇ ਮੰਨਣ ਵਾਲਾ ਕਪਟ ਨਾ ਕਰ। ਕਿਉਂ? ਸਾਹਿਬ ਕਹਿੰਦੇ ਅੰਤ ਨਵੇਰਾ ਤੇਰੇ ਜੀ ਪਹਿ ਲੀਜੇ, ਅੰਤ ਨੂੰ ਭਾਈ ਨਵੇੜਾ ਤੇਰੀ ਜਿੰਦ ਨੇ ਦੇਣਾ ਹੈ, ਅੰਤ ਨੂੰ ਲੇਖਾ ਤੂੰ ਦੇਣਾ ਹੈ, ਲੇਖਾ ਕਤ ਹੈ ਨਾ ਛੁੱਟੀ ਹੈ। ਤੇ ਭਾਈ ਜੇ ਮਾਲਕ ਨੇ ਤੇਰਾ ਲੇਖਾ ਮੰਗ ਲਿਆ ਤੇ ਸਾਹਿਬ ਕਹਿੰਦੇ ਭਾਈ ਲੇਖਾ ਦੇਣ ਲੱਗਿਆਂ ਤੇ ਜੀਵ ਕਦੇ ਛੁੱਟ ਹੀ ਨਹੀਂ ਸਕਦਾ, ਕਿਉਂਕਿ ਖਿਨ ਖਿਨ ਭੁੱਲਣ ਹਾਰ, ਹਰ ਪਲ ਦੇ ਅੰਦਰ ਜੀਵ ਭੁੱਲ ਕਰਦਾ ਹੈ। ਤਾਂ ਕਰ ਸਾਹਿਬ ਕਹਿੰਦੇ ਭਾਈ ਜੀਵ ਜਿਹੜਾ ਹੈ ਇਹ ਮਤ ਨੂੰ, ਇਹ ਸਿੱਖਿਆ ਨੂੰ ਧਾਰਨ ਨਹੀਂ ਕਰਦਾ। ਸੀਖ ਸਿਖਾਏ ਰਹਿਓ ਸੀ ਆਪਣੀ ਦੁਰਮਤ ਤੇ ਨਾ ਟਰੈ, ਸਿੱਖਿਆ ਨੂੰ ਲੈ ਕੇ ਵੀ ਇਹ ਭੈੜੇ ਕਾਰਜ ਕਰਨ ਤੋਂ ਟਰਦਾ ਨਹੀਂ। ਅੱਗੇ ਸਤਿਗੁਰਾਂ ਦੇ ਬਚਨ ਕਹਿੰਦੇ ਮਦ ਮਾਇਆ ਮੈਂ ਮਦ ਮਾਇਆ ਕੇ ਭਇਓ ਬਾਵਰੋ, ਹਰ ਜਸ ਨਹਿ ਉਤਰੈ। ਕਹਿੰਦੇ ਭਾਈ ਮਾਇਆ ਦੇ ਨਸ਼ੇ ਦੇ ਅੰਦਰ ਭਇਓ ਬਾਵਰੋ, ਕਹਿੰਦੇ ਇਹ ਬਾਵਰਾ ਇਹ ਝੱਲਾ ਹੋ ਗਿਆ ਹੈ। ਜਿਵੇਂ ਕੋਈ ਜੀਵ ਨਸ਼ਾ ਕਰਕੇ ਝੱਲਾ ਜਿਹਾ ਹੋ ਜਾਂਦਾ, ਕਹਿੰਦੇ ਭਾਈ ਉਵੇਂ ਇਹਨੇ ਦੁਰਮਤ ਭੈੜੀ ਮਤ ਜਿਹੜੀ ਹੈ ਉਹ ਤਿਆਗਦਾ ਨਹੀਂ ਹੈ। ਹੁਣ ਇਹ ਸਾਹਿਬ ਕਹਿੰਦੇ ਭਾਈ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ, ਕਾਮ ਕ੍ਰੋਧ ਮਦ ਵਿਆਪਿਆ। ਕਹਿੰਦੇ ਭਾਈ ਫਿਰ ਜੂਨੀ ਪਾਏ। ਹੁਣ ਨਸ਼ਾ ਜਿਹੜਾ ਹੈ ਉਹ ਭੈੜੀ ਮਤ ਦਾ, ਉਹ ਕਾਮ ਕ੍ਰੋਧ ਵਿਕਾਰਾਂ ਦਾ ਇਹਨੇ ਧਾਰਨ ਕਰਦੇ ਆ। ਹਰ ਜਸ ਨਹਿ ਉਚਰੇ, ਤੇ ਕਹਿੰਦੇ ਭਾਈ ਮਾਲਕ ਜੀਆਂ ਦਸ ਜਸ ਜੀ ਦੇ ਨਾਲ ਵਾਕਿਆਤ ਹੀ ਇਹ ਦੁਰਮਤ ਦਾ ਭੈੜੀ ਮਤ ਦਾ ਨਸ਼ਾ ਦੂਰ ਹੁੰਦਾ ਹੈ, ਉਹ ਸਿਮਰਨ ਦੇ ਵੱਲ ਨਹੀਂ ਆ ਰਿਹਾ। ਫਿਰ ਸਤਿਗੁਰਾਂ ਨੇ ਅੱਗੇ ਬਚਨ ਕੀਤੇ, ਕਹਿੰਦੇ ਕਰ ਪ੍ਰਪੰਚ ਜਗਤ ਕੋ ਡਹਿ ਕੈ, ਵਿਖਾਵਾ ਕਰਕੇ ਠੱਗੀਆਂ ਦੇ ਨਾਲ ਸਾਹਿਬ ਕਹਿੰਦੇ ਭਾਈ ਇਹ ਠੱਗਦਾ ਹੈ, ਛਲ ਕਰਦਾ ਹੈ ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਆਪਣੋ ਉਦਰ ਭਰੈ, ਆਪਣਾ ਘਰ ਭਰ ਰਿਹਾ ਏ। ਔਰ ਜਿੱਥੇ ਵਿਕਾਰੀ ਸਾਹਿਬ ਕਹਿੰਦੇ ਭਾਈ ਜਿੱਥੇ ਜਗਤ ਦੇ ਅੰਦਰ ਠੱਗੀਆਂ ਦੇ ਨਾਲ ਘਰ ਨੂੰ ਭਰ ਰਿਹਾ ਏ, ਉੱਥੇ ਹਿਰਦਾ ਵੀ ਭੈੜੀ ਮੱਤ ਦੇ ਨਾਲ ਭਰਿਆ ਜਾ ਰਿਹਾ। ਇੱਕ ਬੰਨੇ ਪਰਾਏ ਧਨ ਦੇ ਨਾਲ ਘਰ ਨੂੰ ਭਰ ਰਿਹਾ ਹੈ, ਦੂਸਰੇ ਬੰਨੇ ਕਹਿੰਦੇ ਭਾਈ ਇਹ ਵਿਕਾਰੀ ਬਿਰਤੀ ਦੇ ਨਾਲ ਹਿਰਦਾ ਵੀ ਭਰ ਰਿਹਾ ਹੈ, ਹਿਰਦੇ ਦੇ ਅੰਦਰ ਵੀ ਕੂੜ ਆ ਰਿਹਾ ਹੈ, ਠੱਗੀ ਆ ਰਹੀ ਹੈ। ਤੇ ਸਾਹਿਬ ਕਹਿੰਦੇ ਸੁਆਨ ਪੂਛ ਜਿਉ ਹੋਏ ਨਾ ਸੁਧੋ, ਕਹਿਓ ਨਾ ਕਾਨ ਧਰੈ। ਕਹਿੰਦੇ ਭਾਈ ਜਿਵੇਂ ਸਵਾਨ ਤੋਂ ਭਾਵ ਕੁੱਕਰ ਕੁੱਤਾ, ਕਹਿੰਦੇ ਜਿਵੇਂ ਉਹਦੀ ਪੂਛ ਜ਼ਿਕਰ ਮਿਲਦਾ ਹੈ ਨਾ, ਕਹਿੰਦੇ ਵੀ 12 ਸਾਲ ਕੁੱਕਰ ਕੁੱਤੇ ਦੀ ਪੂਛ ਜਿਹੜੀ ਉਹ ਵੰਝਣੀ ਦੇ ਅੰਦਰ ਪਾਈ ਰੱਖੀ, ਤੇ ਕਹਿੰਦੇ ਜਦੋਂ 12 ਸਾਲਾਂ ਬਾਅਦ ਕੱਢੀ ਤੇ ਪੂਛ ਫਿਰ ਉਸੇ ਤਰ੍ਹਾਂ ਹੀ ਵਿੰਗੀ ਦੀ ਵਿੰਗੀ ਉਹ ਸਿੱਧੀ ਹੋਈ ਨਹੀਂ। ਸਾਹਿਬ ਕਹਿੰਦੇ ਭਾਈ ਸੁਆਨ ਪੂਛ ਜਿਉ ਹੋਏ ਨਾ ਸੁਧ ਹੋ, ਕਹਿੰਦੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਜਿੰਨਾ ਮਰਜ਼ੀ ਯਤਨ ਕਰ ਲਈਏ, ਕਹਿੰਦੇ ਕਹਿਓ ਨਾ ਕਾਨ ਧਰੈ। ਬੜੀ ਸਿੱਖਿਆ ਇਹ ਮਨ ਨੂੰ ਦਿੱਤੀ ਹੈ, ਬੜੀ ਸਿੱਖਿਆ ਇਹਨੇ ਗ੍ਰਹਿਣ ਕੀਤੀ, ਪਰ ਕਹਿੰਦੇ ਕਾਨ ਨਾ ਧਰੈ, ਕੰਨ ਦੇ ਉੱਪਰ ਭਾਈ ਇੱਕ ਵੀ ਇਹਨੇ ਆਪਣੇ ਜੀਵਨ ਦੇ ਅੰਦਰ ਅਪਲਾਈ ਨਹੀਂ ਕੀਤੀ। ਗੁਰੂ ਦੀ ਮੱਤ ਬੜੀ ਸੁਣੀ, ਗੁਰੂ ਦੇ ਉਪਦੇਸ਼ ਬੜੇ ਸੁਣੇ, ਕਹਿੰਦੇ ਬਹੁਤ ਸੁਣਿਆ ਬਹੁਤ ਪੜ੍ਹਿਆ, ਪਰ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ। ਤੇ ਸਾਹਿਬ ਕਹਿੰਦੇ ਭਾਈ ਉਧਾਰ ਕਿਹਦਾ ਹੋਵੇਗਾ? ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ।
ਬਾਣੀ ਪੜ੍ਹਨ ਦੇ ਨਾਲ ਇੰਨਾ ਪਤਾ ਲੱਗ ਜਾਏਗਾ ਕਿ ਬਾਣੀ ਕਿਸ ਗੁਰੂ ਦੀ ਹੈ। ਜ਼ਿਆਦਾ ਪੜਾਂਗੇ ਬਾਣੀ ਕੰਠ ਹੋ ਜਾਵੇਗੀ, ਬਾਣੀ ਨੂੰ ਸੁਣਾਂਗੇ ਰਸ ਆਵੇਗਾ। ਪਰ ਸਾਹਿਬ ਕਹਿੰਦੇ ਭਾਈ ਜਿੰਨਾ ਚਿਰ ਜੀਵਨ ਦੇ ਅੰਦਰ ਇਹ ਧਾਰਨ ਨਹੀਂ ਕਰਦਾ ਉਹਨਾਂ ਚਿਰ ਬਦਲਣਾ ਨਹੀਂ, ਜੀਵਨ ਦੇ ਉਵੇਂ ਰਹਿਣਾ ਹੈ। ਸਾਹਿਬ ਕਹਿੰਦੇ ਭਾਈ ਜਿਵੇਂ ਕੱਪੜਾ ਜਿਹੜਾ ਹੈ ਉਹ ਮਲੀਨਤਾ ਦਾ ਮਾਰਿਆ ਹੈ ਤੇ ਸਾਬਣ ਦੇ ਨਾਲ ਉਹਨੂੰ ਧੋਤਿਆਂ ਉਹ ਸਾਫ਼ ਹੋ ਜਾਂਦਾ ਹੈ। ਭਰੀਏ ਮਤ ਪਾਪਾਂ ਕੈ ਸੰਗ, ਜੇ ਮਤ ਪਾਪਾਂ ਦੇ ਨਾਲ ਭਰ ਗਈ ਹੈ, ਸਾਹਿਬ ਕਹਿੰਦੇ ਉਹ ਧੁੱਪ ਹੈ ਨਾਮੈ ਕੈ ਰੰਗ, ਨਾਮ ਦੇ ਰੰਗ ਦੇ ਨਾਲ ਮਾਲਕ ਜੀਆਂ ਦੇ ਨਾਮ ਦੇ ਨਾਲ ਮਲੀਨਤਾ ਤੇ ਦੂਰ ਹੋਵੇਗੀ। ਪਰ ਦੂਰ ਤੇ ਤਾਂ ਹੀ ਹੋਵੇਗੀ ਜੇ ਮਾਲਕ ਜੀਆਂ ਦੇ ਉਪਦੇਸ਼ ਨਾਮ ਨੂੰ ਜੀਵਨ ਦੇ ਅੰਦਰ ਕਮਾਇਆ ਜਾਵੇ। ਕਹਿੰਦੇ ਜੇ ਜੀਵਨ ਦੇ ਅੰਦਰ ਭਾਈ ਕਮਾਉਣਾ ਹੀ ਨਹੀਂ, ਜਿਵੇਂ ਸਵਾਨ ਕੁੱਕਰ ਦੀ ਪੂਛ ਨਹੀਂ ਸਿੱਧੀ ਹੁੰਦੀ ਭਾਈ, ਜੇ ਤੂੰ ਮਾਲਕ ਦੇ ਉਪਦੇਸ਼ ਨੂੰ ਇੱਕ ਬੰਦਿਓਂ ਸੁਣ ਦੂਜੇ ਬੰਦੇ ਕੱਢ ਦੇਣਾ ਹੈ ਤੇ ਤੇਰੇ ਜੀਵਨ ਦੇ ਅੰਦਰ ਬਦਲਾਅ ਕਿਵੇਂ ਆਵੇ। ਫਿਰ ਅਖੀਰਲਾ ਬਚਨ ਸਤਿਗੁਰਾਂ ਜੀ ਦਾ, ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਕਾਜ ਸਰੇ। ਸਾਹਿਬ ਕਹਿੰਦੇ ਭਾਈ ਇੱਕੋ ਹੀ ਮਾਰਗ ਹੈ, ਇੱਕੋ ਹੀ ਰਸਤਾ ਹੈ ਤੇਰੇ ਪਾਸ। ਜੇ ਚਾਹੁੰਦਾ ਹੈ ਵਾਕਿਆਤ ਜੀਵਨ ਜਿਹੜਾ ਹੈ ਇਹ ਕੀਮਤੀ ਮਨੁੱਖਾ ਜਨਮ ਮਿਲਿਆ ਹੈ ਔਰ ਇਹਨੂੰ ਸਫਲਾ ਬਣਾਉਣਾ ਹੈ, ਇਹ ਮਨੁੱਖਾ ਜਨਮ ਨੂੰ ਜੀਣਾ ਹੈ ਗੁਰੂ ਦੀ ਮੱਤ ਦੇ ਅਨੁਸਾਰ। ਤੇ ਸਾਹਿਬ ਕਹਿੰਦੇ ਭਜ ਰਾਮ ਨਾਮ ਨਿਤ, ਕਹਿੰਦੇ ਫਿਰ ਨਿਤ ਹਰ ਪਲ ਮਾਲਕ ਜੀਆਂ ਦੇ ਨਾਮ ਦੇ ਵੱਲ ਚੱਲ। ਜਿਵੇਂ ਗੁਰੂ ਜਿਉਂ ਗੁਰ, ਜਿਵੇਂ ਗੁਰੂ ਮੱਤ ਦੇ ਰਿਹਾ ਨਾ, ਜੋ ਗੁਰੂ ਕਹੈ ਸੋਈ ਫਲ ਮੰਨੋ। ਜੋ ਗੁਰੂ ਕਹਿੰਦਾ ਹੈ ਕਹਿੰਦੇ ਭਾਈ ਬਿਨਾਂ ਤਰਕ ਤੋਂ ਭਲਾ ਕਰਕੇ ਸੱਚ ਕਰਕੇ ਮੰਨ। ਹਰ ਹਰ ਕਥਾ ਨਿਰਾਲੀ, ਤਾਂ ਜੀਵਨ ਦੇ ਅੰਦਰ ਭਾਈ ਆਨੰਦ ਬਣੇਗਾ। ਜਾਂ ਤੇ ਕਾਜ ਸਰੇ ਭਾਈ ਕਹਿੰਦੇ ਫਿਰ ਤੇਰੇ ਜੀਵਨ ਦੇ ਸਾਰੇ ਕਾਰਜ ਰਾਸ ਹੋਣਗੇ ਜੇ ਮਾਲਕ ਜੀਆਂ ਦੇ ਨਾਮ ਦੇ ਨਾਲ ਜੁੜੇਗਾ। ਗੁਰੂ ਕਿਰਪਾ ਕਰਨ। ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਸਤਿਗੁਰੂ ਜੀ ਦੇ ਅੱਗੇ ਅਰਜ਼ੋਈ ਕਰੀਏ ਜੀਵਨ ਦੇ ਅੰਦਰ ਵਸ ਜਾਵੇ, ਲੋਕ ਪਰਲੋਕ ਸੁਹੇਲਾ ਹੋ ਜਾਵੇਗਾ। ਸਤਿਗੁਰੂ ਜੀ ਕਿਰਪਾ ਕਰਨ। ਪਾਵਨ ਸ਼ਬਦ ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਗੱਲਾਂ ਹੋ ਜਾਂਦੀਆਂ। ਸਤਿਗੁਰੂ ਬਖਸ਼ਣਯੋਗ ਸਤਿਗੁਰੂ ਜੀ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮਦਾਨ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਨਿਹਾਲ ਕਰਨ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ